ਡੀਡੀ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਵੰਦਨਾ ਖੰਨਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਤੇ ਰੋਜ਼ ਦੀ ਤਰ੍ਹਾਂ ਅਖਬਾਰਾਂ ਦੀਆਂ ਖਾਸ ਸੁਰਖੀਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪੰਜਾਬ ਕੇਸਰੀ ਤੋਂ ਸੀਨੀਅਰ ਪੱਤਰਕਾਰ ਵਰਿੰਦਰ ਸ਼ਰਮਾ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਵਰਿੰਦਰ ਜੀ ਬਹੁਤ-ਬਹੁਤ ਸਵਾਗਤ। ਸੋ ਹੁਣ ਸ਼ੁਰੂ ਕਰਦੇ ਹਾਂ ਖਬਰਾਂ ਦਾ ਸਿਲਸਿਲਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਰਤ ਚੀਨ ਵਿਵਾਦ ਦੀ। ਚੀਨ ਨੇ ਲੱਦਾਖ ਤੋਂ ਬਾਅਦ ਹੁਣ ਪੂਰੀ LAC ਤੇ ਫੌਜ ਦੀ ਜਿਹੜੀ ਗਿਣਤੀ ਹੈ ਉਹ ਵਧਾ ਦਿੱਤੀ ਹੈ। ਵਰਿੰਦਰ ਜੀ ਬਹੁਤ ਵਾਰੀ ਗੱਲਬਾਤ ਹੋਈ ਹੈ ਇਸ ਮਸਲੇ ਤੇ ਕਿ ਸਮਝੌਤਾ ਹੋ ਜਾਵੇ ਕੋਈ, ਪਰ ਹੁਣ ਚੀਨ ਦੇ ਇਸ ਕਦਮ ਨੂੰ ਤੁਸੀਂ ਕਿਵੇਂ ਵੇਖਦੇ ਹੋ? ਪਹਿਲੇ ਸਮਝੌਤੇ ਉਦੋਂ ਹੀ ਹੁੰਦੇ ਨੇ ਬੰਦਿਆਂ ਜੀ ਜਦੋਂ ਦੋਨੋਂ ਪਾਰਟੀਆਂ ਸਮਝੌਤਾ ਕਰਨ ਦੇ ਮੂਡ 'ਚ ਹੋਣ, ਸਮਝੌਤਾ ਕਰਨ ਦਾ ਮਨ ਬਣਾਇਆ ਜੀ। ਦਰਅਸਲ ਜਿਹੜਾ ਚੀਨ ਹੈ ਨਾ, ਇਹਨੂੰ ਵਿਸਤਾਰਵਾਦੀ ਕਹਿੰਦੇ ਆ ਅਸੀਂ, ਇਹਦੀ ਆਦਤ ਹੈ ਮੁੱਢ ਤੋਂ, ਇਹਦਾ ਇਹੀ ਕੰਮ ਹੈ ਕਿ ਜਿੱਥੇ ਦਾ ਮੰਗਦਾ ਐਸ ਗੁਆਂਢੀ ਦੀ ਜ਼ਮੀਨ ਨੱਪ ਲਵਾਂ, ਐਸ ਗੁਆਂਢੀ ਦੀ ਜ਼ਮੀਨ ਨੱਪ ਲਵਾਂ। ਔਰ ਉਹਨੂੰ ਇੱਕ ਭੁਲੇਖਾ ਹੈ ਕਿ ਸ਼ਾਇਦ ਹਿੰਦੁਸਤਾਨ ਵੀ ਛੋਟਾ ਕੋਈ ਐਸਾ ਮੁਲਕ ਹੈ ਜਾਂ ਕਮਜ਼ੋਰ ਮੁਲਕ ਹੈ ਜਿਹਨੂੰ ਮੈਂ ਦਬਾ ਲਾਂਗਾ, ਇਸਦੀ ਜ਼ਮੀਨ ਤੇ ਕਬਜ਼ਾ ਕਰ ਲਾਂਗਾ। ਅੱਛਾ, ਉਹਨੂੰ ਪਤਾ ਲੱਗਾ, ਪਹਿਲੇ ਉਹਨੇ ਲੱਦਾਖ 'ਚ ਕੋਸ਼ਿਸ਼ ਕੀਤੀ, ਜਦੋਂ ਪਤਾ ਲੱਗਾ ਕਿ ਇੱਥੋਂ ਤਾਂ ਪੂਰਾ ਸਿਰ ਕੱਢਵਾਂ ਮੁਕਾਬਲਾ ਮਿਲਿਆ, ਹਿੰਦੁਸਤਾਨ ਦੀ ਫੌਜ ਨੇ ਬਰਾਬਰ ਦਾ ਬਦਲਾ ਲਿਆ। ਔਰ ਜੇ ਸਾਡੇ ਸ਼ਹੀਦ ਹੋਏ ਜਵਾਨ ਤੇ ਉਹਨਾਂ ਦੇ ਫੌਜੀ ਆਪਣੇ ਨਾਲੋਂ ਵੱਧ ਮਾਰੇ ਉਹਨਾਂ ਨੇ। ਹੁਣ ਉਹਨੂੰ ਇਹ ਲੱਗਦਾ ਪਿਆ ਕਿ ਇੱਥੇ ਮੈਂ ਕਮਜ਼ੋਰ ਪੈ ਗਿਆ। ਦਰਅਸਲ ਉਹ ਹਿੰਦੁਸਤਾਨ ਦੇ ਨਾਲ ਇਦਾਂ ਦੀਆਂ ਗੱਲਾਂ ਕਰਕੇ ਆਲੇ ਦੁਆਲੇ ਦੇ ਜਿਹੜੇ ਛੋਟੇ ਮੁਲਕ ਨੇ ਜਿਨ੍ਹਾਂ ਤੇ ਉਹ ਕਬਜ਼ਾ ਕਰਨਾ ਚਾਹੁੰਦਾ, ਉਹਨਾਂ ਨੂੰ ਦਿਖਾਉਣਾ ਚਾਹੁੰਦਾ ਕਿ ਮੇਰੇ ਕੋਲ ਤਾਕਤ ਬੜੀ ਹੈ। ਔਰ ਜੇ ਉਹ ਹਿੰਦੁਸਤਾਨ ਦੇ ਨਾਲ ਲੱਗਦੀ ਸਾਰੀ LAC ਤੇ ਆਪਣੀ ਫੌਜ ਲਾਂਦਾ ਪਿਆ ਨਾ, ਤੇ ਤਿਆਰੀ ਸਾਡੀ ਵੀ ਘੱਟ ਨਹੀਂ ਹੈਗੀ। ਸਾਡੇ ਪ੍ਰਧਾਨ ਮੰਤਰੀ ਜੀ ਹੋਣ, ਸਾਡੇ ਰੱਖਿਆ ਮੰਤਰੀ ਜੀ ਹੋਣ, ਸਾਡੇ ਫੌਜ ਦੇ ਮੁਖੀ ਹੋਣ, ਸਾਰਿਆਂ ਨੇ ਕਿਹਾ ਕਿ ਜੇ ਲੜਾਈ ਹੋਈ, ਜੇ ਪੰਗਾ ਪਿਆ ਤੇ ਅਸੀਂ ਰੱਜ ਕੇ ਠੋਕਾਂਗੇ, ਪੂਰਾ ਜਵਾਬ ਹੀ ਨਹੀਂ ਦੇਵਾਂਗੇ ਬਲਕਿ ਅੰਦਰ ਜਾ ਕੇ ਮਾਰਾਂਗੇ। ਇਸ ਕਰਕੇ ਹੁਣ ਉਹਨੂੰ ਜੇ ਲੱਗਦਾ ਕਿ ਮੈਂ ਸਾਰੀ ਬਾਰਡਰ ਤੇ ਲਾ ਰਿਹਾ ਤੇ ਉਹ ਇਹ ਦਿਖਾਣਾ ਚਾਹੁੰਦਾ ਦੁਨੀਆ ਨੂੰ ਕਿ ਮੇਰੇ ਕੋਲ ਤਾਕਤ ਬੜੀ ਹੈ, ਤੇ ਤਾਕਤ ਸਾਡੇ ਕੋਲ ਵੀ ਬੜੀ ਹੈ। ਵੈਸੇ ਇਹ ਗੱਲ ਠੀਕ ਹੈ ਕਿ ਹਿੰਦੁਸਤਾਨ ਜੰਗ ਚਾਹੁੰਦਾ ਨਹੀਂ, ਪਰ ਅਸੀਂ ਜੰਗ ਲਈ ਤਿਆਰ ਹਾਂ। ਅਸੀਂ ਉਹਨੂੰ 1967 'ਚ ਦੱਸਿਆ ਸੀ ਚਾਈਨਾ ਨੂੰ, ਅਸੀਂ ਹੁਣ ਗਲਵਾਨ ਘਾਟੀ 'ਚ ਵੀ ਦੱਸਿਆ ਉਹਨੂੰ, ਅਸੀਂ ਲੱਦਾਖ ਦੇ ਵਿੱਚ ਉਹਨੂੰ ਪੂਰੀ ਤਰ੍ਹਾਂ ਨਾਲ ਮੁਕਾਬਲੇ ਤੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਹਾਂ, ਖੜੇ ਹਾਂ ਅਸੀਂ। ਔਰ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਪਰ ਅਸਲ ਜਿਹੜੀ ਉਹਦੀ ਮਨਸ਼ਾ ਹੈ ਨਾ, ਮਨਸ਼ਾ ਉਹਦੀ ਇਹੀ ਹੈ ਕਿ ਮੈਂ ਪੂਰੀ ਦੁਨੀਆ ਨੂੰ ਦਿਖਾਵਾਂ ਮੇਰੇ ਕੋਲ ਤਾਕਤ ਬੜੀ ਹੈ। ਤੇ ਤਾਕਤ ਹਿੰਦੁਸਤਾਨ ਕੋਲ ਕੋਈ ਘੱਟ ਨਹੀਂ ਹੈਗੀ। ਚਾਈਨਾ ਬੇਸ਼ੱਕ ਉਹ ਸਾਡੇ ਨਾਲੋਂ ਉਹਦੀ ਆਬਾਦੀ ਵੱਧ ਹੋਏਗੀ, ਸਾਡੇ ਨਾਲ ਉਹਦਾ ਖੇਤਰ ਵੱਧ ਹੋਏਗਾ, ਪਰ ਅਸੀਂ ਇਹ ਵੀ ਕਿਹਾ, ਸਾਡੇ ਫੌਜ ਮੁਖੀ ਨੇ ਵੀ ਕਿਹਾ ਕਿ ਜੇ ਹਿੰਦੁਸਤਾਨ ਨੂੰ ਚੀਨ ਤੇ ਪਾਕਿਸਤਾਨ ਦੋਨਾਂ ਨਾਲ ਇਕੱਠੀ ਵੀ ਜੰਗ ਲੜਨੀ ਪਈ, ਉਹਦੇ ਲਈ ਵੀ ਤਿਆਰ ਆ। ਔਰ ਸਾਡੀਆਂ ਤਿੰਨੇ ਫੌਜਾਂ ਤਿਆਰ ਨੇ, ਸਾਡੀ ਨੇਵੀ ਵੀ ਤਿਆਰ ਹੈ, ਸਾਡੀ ਆਰਮੀ ਵੀ ਤਿਆਰ ਹੈ ਤੇ ਸਾਡੀ 에ਅਰ ਫੋਰਸ ਵੀ ਤਿਆਰ ਹੈ। ਜੰਗੀ ਸਮਾਨ ਵੀ ਸਾਡੇ ਕੋਲ ਪੂਰਾ ਹੈ। ਔਰ ਜੇ ਤੁਸੀਂ ਜਾਣਦੇ ਹੋ, ਰਾਫੇਲ ਵਰਗੇ ਜਹਾਜ਼ ਜਿਹੜੇ ਨੇ ਉਹ ਅਸੀਂ ਹੁਣ ਲੈ ਆਂਦੇ ਨੇ। ਔਰ ਇਸ ਗੱਲ ਦਾ ਉਹਨੂੰ ਪਤਾ ਹੈ, ਉਹ ਹਮਲਾ ਕਰਨਾ ਨਹੀਂ ਉਹਨੇ ਸਾਡੇ ਤੇ। ਪਰ ਇੱਕ ਗੱਲ ਜ਼ਰੂਰ ਹੈ ਇੱਥੇ ਜਿਹਦੀ ਮੈਂਸ਼ਨ ਕੀਤੀ ਜਾਣੀ ਚਾਹੀਦੀ ਹੈ ਕਿ ਜੰਗ ਇੱਕ ਐਸਾ ਸੌਦਾ ਹੈ ਜਿਹਨੂੰ ਜਿੱਤਣ ਵਾਲਾ ਵੀ ਘਾਟੇ 'ਚ ਰਹਿੰਦਾ। ਅਸੀਂ ਨਹੀਂ ਚਾਹੁੰਦੇ ਜੰਗ ਹੋਵੇ, ਅਸੀਂ ਬਿਲਕੁਲ ਨਹੀਂ ਚਾਹੁੰਦੇ। ਮਜਬੂਰਨ ਜੇ ਲੜਨੀ ਪਏਗੀ ਤੇ ਲੜਾਂਗੇ, ਪਰ ਕੂਟਨੀਤਿਕ ਤੌਰ ਤੇ ਇਸ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਜੰਗ ਹੋਵੇ ਤੇ ਜੇ ਖਰਬਾਂ ਰੁਪਏ ਖਰਚ ਹੁੰਦੇ ਨੇ, ਤੇ ਜੇ ਜੰਗ ਵਰਗੇ ਹਾਲਾਤ ਹੋਣ ਤਾਂ ਵੀ ਅਰਬਾਂ ਰੁਪਏ ਖਰਚ ਹੁੰਦੇ ਨੇ। ਉਹਦੇ ਨਾਲ ਕੋਈ ਵੀ ਮੁਲਕ ਹੋਵੇ ਉਹਦੀ ਇਕਨੋਮੀ ਤੇ ਅਸਰ ਪੈਂਦਾ ਹੈ। ਜਿਹੜਾ ਰੁਪਈਆ ਵਿਕਾਸ 'ਚ ਲੱਗਣਾ ਹੁੰਦਾ ਹੈ ਉਹ ਸਾਡੀ ਫੌਜ ਦਾ ਇੱਧਰੋਂ ਚੱਕ ਕੇ ਉੱਥੇ ਲੈ ਕੇ ਜਾਓ, ਉੱਥੇ ਡਿਪਲੋਇਮੈਂਟ ਕਰੋ, ਇੱਧਰ ਲੈ ਕੇ ਜਾਓ, ਫਿਰ ਤਿਆਰੀਆਂ ਕਰੋ, ਪ੍ਰੈਕਟਿਸ ਕਰੋ, ਫਿਰ ਆਪਣਾ ਦਿਖਾਓ ਚਲਾ ਕੇ, ਉਹ ਸਭ ਤੇ ਖਰਚ ਹੁੰਦਾ ਹੈ। ਇਹ ਖਰਚ ਸਾਡਾ ਵੀ ਹੋ ਰਿਹਾ, ਇਹ ਖਰਚ ਚਾਈਨਾ ਦਾ ਵੀ ਹੋ ਰਿਹਾ ਹੈ। ਤਾਂ ਚੰਗੀ ਗੱਲ ਇਹ ਹੈ ਕਿ ਬੈਠ ਕੇ ਦੋਨੋਂ ਮੁਲਕ ਇਹਦਾ ਹੱਲ ਕੱਢਣ। ਜਿੱਥੇ ਹੈਗੇ ਆ, ਜੋ ਐਕਚੁਅਲ LAC ਹੈਗੀ ਹੈ, ਉੱਥੇ ਆਰਾਮ ਨਾਲ ਰਹੋ, ਸ਼ਾਂਤੀ ਨਾਲ ਰਹੋ। ਅਸੀਂ ਵੀ ਵਿਕਾਸ ਕਰੀਏ, ਚਾਈਨਾ ਵੀ ਵਿਕਾਸ ਕਰੇ, ਪਰ ਜੇ ਉਹ ਪੰਗੇ ਲਏਗਾ ਤੇ ਰੱਜ ਕੇ ਠੋਕਾਂਗੇ। ਜੀ ਬਿਲਕੁਲ। ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਭਾਰਤ ਤੇ ਅਮਰੀਕਾ ਦੇ ਵਿਚਕਾਰ ਇੱਕ ਅਹਿਮ ਰੱਖਿਆ ਸਮਝੌਤਾ ਅੱਜ ਹੋਣ ਜਾ ਰਿਹਾ, ਔਰ ਇਸ ਸਮਝੌਤੇ ਦੇ ਤਹਿਤ ਕਿਹਾ ਜਾ ਰਿਹਾ ਕਿ ਸੈਟੇਲਾਈਟ ਡਾਟਾ ਜਿਹੜਾ ਉਹ ਸਾਂਝਾ ਕੀਤਾ ਜਾਏਗਾ। ਕੀ ਅਰਥ ਨੇ ਇਹਦੇ? ਬੰਦਾ ਜੀ, ਇਹ ਜਿਹੜੀਆਂ ਮੀਟਿੰਗ ਹੈ, ਸਾਡੇ ਰੱਖਿਆ ਮੰਤਰੀ, ਵਿਦੇਸ਼ ਮੰਤਰੀ, ਅਮਰੀਕਾ ਦੇ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ, ਇਹਨਾਂ ਦੀ ਜਿਹੜੀ ਮੀਟਿੰਗ ਹੈ ਵੈਸੇ ਤੇ ਪਹਿਲਾਂ ਤੋਂ ਤੈਅ ਸੀ, ਪਰ ਹੁਣ ਜਿਹੜੇ ਹਾਲਾਤ ਚਾਈਨਾ ਤੇ ਬਾਰਡਰ ਤੇ ਬਣੇ ਹੋਏ ਨੇ ਸਾਡੇ ਹਿੰਦੁਸਤਾਨ ਦੇ, ਉਹਦੇ ਮੱਦੇਨਜ਼ਰ ਇਹ ਸੋਚਿਆ ਜਾ ਰਿਹਾ ਕਿ ਇਹ ਉਹਨੂੰ ਜੋੜ ਕੇ ਦੇਖਿਆ ਜਾ ਰਿਹਾ। ਔਰ ਉਹਦੇ 'ਚ ਬਹੁਤ ਜ਼ਰੂਰੀ ਹੈ, ਦੇਖੋ ਟੈਕਨੋਲੋਜੀ, ਜੇ ਜੰਗ ਹੁੰਦੀ ਹੈ ਜਾਂ ਜੰਗ ਵਰਗੇ ਹਾਲਾਤ ਬਣਦੇ ਨੇ ਜਾਂ ਸਾਨੂੰ ਆਪਣੀ ਤਾਕਤ ਦਿਖਾਣੀ ਪੈਂਦੀ ਹੈ, ਤੇ ਜਿਹੜਾ ਇਸ ਵੇਲੇ ਟੈਕਨੋਲੋਜੀ ਐਡਵਾਂਸ ਹੈ ਉਹ ਪੂਰੀ ਦੀ ਪੂਰੀ ਸਾਡੇ ਕੋਲ ਵੀ ਹੋਣੀ ਚਾਹੀਦੀ ਹੈ। ਇਹ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਬਹੁਤ ਮੱਲਾਂ ਮਾਰੀਆਂ,
ਇਸਰੋ ਨੇ ਬਹੁਤ ਕੰਮ ਕੀਤਾ ਹੈ, ਅਸੀਂ ਮੰਗਲ ਗ੍ਰਹਿ ਤੱਕ ਚਲੇ ਗਏ ਹਾਂ। ਅਸੀਂ ਇਸ ਵੇਲੇ ਦੂਜੇ ਮੁਲਕਾਂ ਦੇ ਸੈਟੇਲਾਈਟ ਲੈ ਕੇ ਜਾਂਦੇ ਹਾਂ, ਕੈਰੀਅਰਾਂ ਛੱਡ ਕੇ ਆਉਂਦੇ ਹਾਂ ਸਪੇਸ ਦੇ ਵਿੱਚ। ਪਰ ਉਹਦੇ ਬਾਵਜੂਦ ਅਮਰੀਕਾ ਸਾਡੇ ਨਾਲੋਂ ਅੱਗੇ ਹੈ, ਕਿਉਂਕਿ ਉਹਨੇ ਪਹਿਲੇ ਸ਼ੁਰੂ ਕੀਤਾ ਔਰ ਅਮਰੀਕਾ ਸਾਡਾ ਦੋਸਤ ਹੈ। ਸਾਨੂੰ ਸੈਟੇਲਾਈਟ ਟੈਕਨੋਲੋਜੀ ਜੇ ਮਿਲਦੀ ਹੈ ਤੇ ਜਿੱਥੇ ਸਾਨੂੰ ਉੱਥੇ ਸੰਚਾਰ ਦੇ ਮਾਧਿਅਮਾਂ 'ਚ ਉਹਦੀ ਮਦਦ ਮਿਲੇਗੀ, ਜਿੱਥੇ ਅਸੀਂ ਵਿਕਾਸ ਦੇ ਕੰਮਾਂ 'ਚ ਅੱਗੇ ਵਧਾਂਗੇ, ਜਿੱਥੇ ਅਸੀਂ ਜਸੂਸੀ ਕਰਨ 'ਚ ਆਪਣੇ ਮਤਲਬ ਜਸੂਸੀ ਤੋਂ ਮੇਰਾ ਮਤਲਬ ਇਹ ਨਹੀਂ ਕਿ ਕਿਸੇ ਦੂਜੇ ਮੁਲਕਾਂ ਦੀ ਜਸੂਸੀ ਕਰਦੇ ਆ, ਲੋੜ ਪੈਣ ਤੇ ਉਹ ਵੀ ਕਰਨੀ ਪੈਂਦੀ ਹੈ, ਸਾਰੇ ਮੁਲਕ ਕਰਦੇ ਨੇ। ਪਰ ਸਾਨੂੰ ਟੈਕਨੋਲੋਜੀ ਦੇ ਨਾਲ ਇਹ ਵਾਅਦਾ ਮਿਲੇਗਾ ਕਿ ਜੇ ਜੰਗ ਹੁੰਦਾ ਹੈ ਤੇ ਉਹਦੇ 'ਚ ਸਾਨੂੰ ਸੈਟੇਲਾਈਟ ਤੋਂ ਜਿੰਨੀਆਂ ਇਨਫੋਰਮੇਸ਼ਨ ਦੁਸ਼ਮਣ ਦੀਆਂ ਚਾਹੀਦੀਆਂ ਨੇ ਉਹ ਸਾਨੂੰ ਮਿਲਣਗੀਆਂ। ਅਮਰੀਕਾ ਸਾਡਾ ਦੋਸਤ ਹੈ। ਜੇ ਇਹ ਸਾਡਾ ਸਮਝੌਤਾ ਹੁੰਦਾ ਹੈ, ਜਿਹਦੀ ਕਿ ਬਹੁਤ ਉਮੀਦ ਹੈ ਅੱਜ ਹੋ ਜਾਏਗਾ, ਤੇ ਉਹਦਾ ਹਿੰਦੁਸਤਾਨ ਨੂੰ, ਹਿੰਦੁਸਤਾਨ ਦੀ ਫੌਜ ਨੂੰ, ਹਿੰਦੁਸਤਾਨ ਦੇ ਆਵਾਮ ਨੂੰ ਬਹੁਤ ਫਾਇਦਾ ਮਿਲੇਗਾ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਹੈ ਪਰਾਲੀ ਦੇ ਨਾਲ ਜੁੜੀ ਹੋਈ ਹੈ। ਪਰਾਲੀ ਸਮੇਤ ਪ੍ਰਦੂਸ਼ਣ ਤੇ ਕੇਂਦਰ ਸਰਕਾਰ ਜਲਦੀ ਇੱਕ ਨਵਾਂ ਕਾਨੂੰਨ ਜਿਹੜਾ ਉਹ ਲਿਆਉਣ ਜਾ ਰਹੀ ਹੈ। ਕੀ ਹੋ ਸਕਦਾ ਹੈ ਕਾਨੂੰਨ ਦੇ ਵਿੱਚ? ਮਾਨਯੋਗ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਸੀ ਕਿ ਇਹਦੇ ਵਾਸਤੇ ਇੱਕ ਨਿਗਰਾਨ ਕਮੇਟੀ ਬਣਾਈ ਜਾਣੀ ਚਾਹੀਦੀ ਹੈ, ਕਿਉਂਕਿ ਜਦੋਂ ਵੀ ਮੌਸਮ ਆਉਂਦਾ ਹੈ ਪਰਾਲੀ ਦਾ, ਪੂਰੇ ਹਿੰਦੁਸਤਾਨ ਦੇ ਵਿੱਚ ਰੌਲਾ ਪੈਂਦਾ ਹੈ ਕਿ ਇਹ ਪਰਾਲੀ ਦੇ ਕਰਕੇ ਪ੍ਰਦੂਸ਼ਣ ਜਿਹੜਾ ਹੈਗਾ ਵਧਿਆ। ਥੋੜਾ ਬਹੁਤ ਵੱਧਦਾ ਵੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਹਾਲਾਂਕਿ ਪਿੱਛੇ ਇਹ ਸਟੱਡੀ ਵੀ ਆਈ ਹੈ ਕਿ ਬਹੁਤ ਨਹੀਂ ਵੱਧਦਾ, ਪਰ ਵੱਧਦਾ। ਪਰਾਲੀ ਨੁਕਸਾਨਦੇਹ ਹੈ। ਪਰਾਲੀ ਸਾਡੇ ਸਿਹਤ ਵਾਸਤੇ, ਫਸਲਾਂ ਵਾਸਤੇ, ਜ਼ਮੀਨਾਂ ਵਾਸਤੇ ਉਹਦਾ ਸਾੜਿਆ ਜਾਣਾ ਜਿਹੜਾ ਹੈਗਾ ਉਹ ਨੁਕਸਾਨਦੇਹ ਹੈ, ਔਰ ਉਹਦੇ ਵਾਸਤੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇੱਕ ਨਿਗਰਾਨ ਕਮੇਟੀ ਬਣਾਈ ਜਾਵੇ। ਪਰ ਹੁਣ ਜਦੋਂ ਕੇਂਦਰ ਸਰਕਾਰ ਨੇ ਇਹ ਕਿਹਾ ਕਿ ਅਸੀਂ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੇ ਹਾਂ ਜਿਹੜਾ ਪ੍ਰਦੂਸ਼ਣ ਨੂੰ ਲੈ ਕੇ ਹੋਏਗਾ, ਪੋਲੂਸ਼ਨ ਨੂੰ ਲੈ ਕੇ ਹੋਏਗਾ, ਔਰ ਉਹਦੇ ਵਿੱਚ ਹੀ ਅਸੀਂ ਪਰਾਲੀ ਨੂੰ ਸਾੜੇ ਜਾਣ ਨੂੰ ਵੀ ਸ਼ਾਮਲ ਕਰਨ ਲੱਗੇ ਹਾਂ। ਇਸ ਕਰਕੇ ਉਹ ਆਪਣਾ ਆਦੇਸ਼ ਜਿਹੜਾ ਸੀ ਨਿਗਰਾਨ ਕਮੇਟੀ ਬਣਾਉਣ ਦਾ, ਉਹ ਸੁਪਰੀਮ ਕੋਰਟ ਨੇ ਵਾਪਸ ਲਿਆ। ਔਰ ਹੁਣ ਉਮੀਦ ਇਹ ਕੀਤੀ ਜਾਂਦੀ ਹੈ ਕਿ ਸਰਕਾਰ ਇੱਕ ਬਹੁਤ ਵੱਡਾ ਕਾਨੂੰਨ ਲੈ ਕੇ ਆਏਗੀ ਜਿਹਦੇ ਵਿੱਚ ਕਿ ਪਰਾਲੀ ਦਾ ਕੀ ਮਸਲਾ ਹੱਲ ਹੋਣਾ ਹੈ। ਉਹਦੇ 'ਚ ਇੰਨੀ ਗੱਲ ਜ਼ਰੂਰ ਹੈ ਕਿ ਜਿੱਥੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ, ਜ਼ਮੀਂਦਾਰਾਂ ਨੂੰ ਕਹਿੰਦੇ ਹਾਂ, ਕਿਸਾਨਾਂ ਨੂੰ ਕਹਿੰਦੇ ਹਾਂ ਕਿ ਪਰਾਲੀ ਨਾ ਸਾੜੋ, ਉਹਦੇ ਨਾਲ ਸਾਨੂੰ ਸਰਕਾਰ ਨੂੰ ਕੋਈ ਨਾ ਕੋਈ ਕਾਨੂੰਨ ਐਸਾ ਲਿਆਉਣਾ ਪਏਗਾ ਜਿਹਦੇ ਨਾਲ ਕਿ ਕਿਸਾਨ ਨੂੰ ਭਰਪਾਈ ਵੀ ਹੋਵੇ। ਅਸੀਂ ਸਖਤ ਕਾਨੂੰਨ ਤਾਂ ਲੈ ਆਈਏ ਕਿ ਇੰਨੇ ਸਾਲ ਦੀ ਸਜ਼ਾ ਦੇ ਦਿਆਂਗੇ, ਇੰਨਾ ਜੁਰਮਾਨਾ ਲਾ ਦਿਆਂਗੇ, ਪਰ ਜਦ ਤੱਕ ਅਸੀਂ ਕਿਸਾਨ ਨੂੰ ਉਹਦਾ ਬਣਦਾ ਹੱਕ ਨਹੀਂ ਦਿਆਂਗੇ। ਅਸੀਂ ਟੈਕਨੋਲੋਜੀ ਵੀ ਲਿਆਈਏ, ਟੈਕਨੋਲੋਜੀ ਦੇ ਲਿਆਉਣ ਦੇ ਨਾਲ ਅਸੀਂ ਉਹਨਾਂ ਨੂੰ ਮੁਆਵਜ਼ਾ ਦਈਏ, ਕਿਉਂਕਿ ਜਿੰਨੇ ਪਰਾਲੀ ਨਹੀਂ ਸਾੜਨੀ, ਚੁੱਕਣੀ ਹੈ, ਕਿਤੇ ਲੈ ਕੇ ਜਾਣੀ ਹੈ, ਉਹਦਾ ਖਰਚ ਹੋਣਾ। ਜੇ ਉਸ ਖਰਚ ਨੂੰ ਕਿਸਾਨ ਨੂੰ ਪੈਂਦਾ, ਖਾਸ ਕਰਕੇ ਛੋਟੇ ਕਿਸਾਨ ਲਈ ਬੜੀ ਵੱਡੀ ਮੁਸ਼ਕਲ ਹੈ। ਵੱਡਾ ਕਿਸਾਨ ਤਾਂ ਕੋਈ ਨਾ ਕੋਈ ਉਤੋਂ ਕੋਈ ਚੀਜ਼ ਬਣਾ ਲਏਗਾ, ਬਿਜਲੀ ਬਣਾਉਣ ਵਾਲਿਆਂ ਨੂੰ ਦੇ ਦੇਗਾ, ਖਾਦ ਬਣਾਉਣ ਵਾਲਿਆਂ ਨੂੰ ਦੇ ਦੇਗਾ, ਚੁੱਕ ਕੇ ਲੈ ਜਾਏਗਾ। ਪਰ ਜਿਹੜਾ ਛੋਟਾ ਕਿਸਾਨ ਹੈ, ਜਿਹਦੇ ਕੋਲ 2, 4, 5 ਕਿੱਲੇ ਨੇ, ਉਹਦੇ ਲਈ ਬੜੀ ਮੁਸ਼ਕਲ ਹੈ। ਉਹਨੂੰ ਤੁਸੀਂ ਜਦ ਤੱਕ ਇਸ ਕਾਨੂੰਨ ਦੇ ਵਿੱਚ ਉਹਨੂੰ ਮੁਆਵਜ਼ਾ ਦੇਣ ਦੀ ਗੱਲ ਨਹੀਂ ਲਿਆਵੋਗੇ, ਦੋਨੋਂ ਸਰਕਾਰਾਂ ਮਿਲ ਕੇ ਕਰਨ, ਸੈਂਟਰ ਸਰਕਾਰ ਵੀ ਦੇਵੇ, ਸੂਬਾ ਸਰਕਾਰ ਵੀ ਦੇਵੇ, ਦੋਵੇਂ ਮਿਲ ਕੇ ਜੇ ਉਹਨੂੰ ਦੇਣਗੇ ਤੇ ਤਾਂ ਹੀ ਉਹਦਾ ਫਾਇਦਾ ਹੋਏਗਾ। ਸਰਕਾਰ ਇਹ ਸੋਚਦੀ ਨਹੀਂ, ਔਰ ਜਦੋਂ ਹੱਦ ਹੋ ਜਾਂਦੀ ਹੈ ਨਾ ਫਿਰ ਉਹਦੀ ਚਰਚਾ ਆਉਂਦੀ ਹੈ। ਪਰਾਲੀ ਨੇ ਜਦੋਂ ਧੂਆਂ ਕਰਨਾ ਸ਼ੁਰੂ ਕੀਤਾ ਸੀ, ਜਦੋਂ ਐਕਸੀਡੈਂਟ ਹੋਣੇ ਸ਼ੁਰੂ ਹੋਏ ਸੀ, ਜਦੋਂ ਲੋਕ ਬਿਮਾਰ ਹੋਣੇ ਸ਼ੁਰੂ ਹੋਏ ਸੀ, ਮੁੱਢ ਤੇ ਨਹੀਂ ਸੋਚਿਆ। ਹੁਣ ਜਦੋਂ ਹੱਦ ਹੋ ਗਈ ਹੈ, ਹੁਣ ਇਸ ਵੇਲੇ ਸਰਕਾਰਾਂ ਵੀ ਕਰ ਰਹੀਆਂ, ਇਸ ਵੇਲੇ ਬਹੁਤ ਸਾਰੀਆਂ NGOs ਵੀ ਕਰ ਰਹੀਆਂ ਨੇ, ਔਰ ਕਿਸਾਨ ਨੂੰ ਇਸ ਵੇਲੇ ਦਬਾਇਆ ਜਾ ਰਿਹਾ ਹੈ, ਨਾ ਸਾੜੋ, ਨਾ ਸਾੜੋ, ਨਾ ਸਾੜੋ। ਨਾ ਤਾਂ ਸਾੜੋ, ਪਰ ਬਚੋ ਕਿਵੇਂ? ਸਰਕਾਰ, ਕਿਸਾਨ ਆਪ ਸੜ ਜਾਵੇ, ਆਪ ਮਰ ਜਾਵੇ, ਉਹਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਇੱਕ ਦੂਜਾ ਮਸਲਾ, ਇਸ ਵੇਲੇ ਜ਼ਮੀਨ ਦੇ ਵਿੱਚੋਂ, ਧਰਤੀ ਦੇ ਤੋਂ ਪਾਣੀ ਖੱਟ ਕੱਢ ਕੇ ਅਸੀਂ ਕਿੰਨਾ ਥੱਲੇ ਲੈ ਗਏ ਹਾਂ। ਜ਼ਮੀਨ ਤੋਂ ਪਾਣੀ ਖਤਮ ਹੋ ਰਿਹਾ ਹੈ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜੇ ਝੋਨਾ ਇੰਜ ਹੀ ਲੱਗਦਾ ਰਿਹਾ, ਇੰਜ ਹੀ ਪਾਣੀ ਨਿਕਲਦਾ ਰਿਹਾ, ਤੇ ਆਉਣ ਵਾਲੇ 10-15 ਸਾਲਾਂ ਬਾਅਦ ਪੰਜਾਬ ਦੇ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲਣਾ। ਹੁਣੇ ਤੋਂ ਸਰਕਾਰ ਨੂੰ ਉਹਦੇ ਬਾਰੇ ਵੀ ਪਾਲਿਸੀ ਬਣਾਉਣੀ ਚਾਹੀਦੀ ਹੈ, ਕਿਉਂਕਿ ਝੋਨੇ ਦੀ ਬਿਜਾਈ ਤੇ ਬਹੁਤ ਪਾਣੀ ਲੱਗਦਾ ਹੈ। ਉਹ ਜਿੰਨਾ ਪਾਣੀ ਖਰਚ ਹੁੰਦਾ ਹੈ, ਉਹ ਅਲਟੀਮੇਟਲੀ ਪੰਜਾਬੀਆਂ ਦਾ ਬਹੁਤ ਨੁਕਸਾਨ ਹੋ ਰਿਹਾ। ਹੁਣੇ ਤੋਂ ਉਹਦੇ ਲਈ ਪਾਲਿਸੀ ਬਣਾਉਣੀ ਚਾਹੀਦੀ ਹੈ। ਝੋਨੇ ਦੀ ਥਾਂ ਤੇ ਕੋਈ ਹੋਰ ਫਸਲ ਲੈ ਕੇ ਆਓ ਜਿਹਦੇ 'ਚ ਕਿਸਾਨ ਨੂੰ ਝੋਨੇ ਨਾਲੋਂ ਵੀ ਜ਼ਿਆਦਾ ਪੈਸੇ ਮਿਲਣ, ਉਹਦੀ ਵੀ ਭਰਪਾਈ ਹੋ ਜਾਵੇ, ਉਹ ਪਾਣੀ ਵੀ ਬਚ ਜਾਵੇ। ਸਰਕਾਰਾਂ ਨੂੰ ਦੂਰਦਰਸ਼ੀ ਹੋਣਾ ਚਾਹੀਦਾ ਹੈ, ਸਮਾਂ ਰਹਿੰਦੇ, ਵਕਤ ਰਹਿੰਦੇ ਪਾਲਿਸੀ ਬਣਾਉਣੀ ਚਾਹੀਦੀ ਹੈ। ਜੋ ਅਸੀਂ ਹੁਣ ਉਮੀਦ ਕਰਦੇ ਹਾਂ ਕਿ ਜਿਹੜਾ ਨਵਾਂ ਕਾਨੂੰਨ ਆਉਣ ਲੱਗਾ ਇਹਦੇ ਵਿੱਚ ਲੋਕਾਂ ਦਾ ਵੀ ਧਿਆਨ ਰੱਖਿਆ ਜਾਏਗਾ, ਕਿਸਾਨਾਂ ਦਾ ਵੀ ਧਿਆਨ ਰੱਖਿਆ ਜਾਏਗਾ। ਬਿਲਕੁਲ। ਇਸ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਰੋਕੀਆਂ ਗਈਆਂ ਨੇ, ਪਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਇਹਦੇ ਠੋਸ ਕਾਰਨ ਨੇ। ਕੀ ਕਾਰਨ ਨੇ ਤੁਹਾਡੇ? ਕਾਰਨ ਪਿਊਸ਼ ਗੋਇਲ ਜੀ ਜਿਹੜੇ ਰੇਲ ਮੰਤਰੀ ਨੇ, ਉਹਨਾਂ ਨੇ ਦੱਸੇ ਨੇ।
ਕਿਉਂਕਿ ਗੱਲ ਇਹ ਹੈ ਕਿ ਅੰਦੋਲਨ ਚੱਲਦਾ ਪਿਆ ਕਿਸਾਨਾਂ ਦਾ, ਲੰਬਾ ਹੋਈ ਜਾ ਰਿਹਾ, ਹੋਰ ਲੰਬਾ ਹੋਈ ਜਾ ਰਿਹਾ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਕਿਸਾਨਾਂ ਨਾਲ ਬੈਠ ਕੇ ਗੱਲ ਕਰੇ। ਗੱਲਬਾਤ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਜੇ ਅਸੀਂ ਚਾਈਨਾ ਨਾਲ ਗੱਲ ਕਰ ਸਕਦੇ ਹਾਂ ਤੇ ਕਿਸਾਨਾਂ ਨਾਲ ਕਿਉਂ ਨਹੀਂ ਗੱਲ ਕਰ ਸਕਦੇ, ਜਿਹੜੀ ਕਿ ਨਹੀਂ ਹੁੰਦੀ ਪਈ, ਇਹ ਡਿਲੇ ਹੁੰਦੀ ਪਈ ਹੈ। ਕਿਸਾਨਾਂ ਦੇ ਨਾਲ ਬੈਠ ਕੇ ਸਰਕਾਰ ਨੂੰ ਗੱਲ ਕਰਕੇ ਗੱਲ ਮੁਕਾਉਣੀ ਚਾਹੀਦੀ ਹੈ। ਪਰ ਜਦ ਤੱਕ ਇਹ ਅੰਦੋਲਨ ਚੱਲਦਾ ਪਿਆ ਉਦੋਂ ਤੱਕ ਕਿਸਾਨਾਂ ਨੇ ਰੇਲਾਂ ਰੋਕੀਆਂ ਔਰ ਹੋਇਆ ਕਿ ਕੋਲਾ ਆਣਾ ਬੰਦ ਹੋ ਗਿਆ, ਖਾਦ ਆਣੀ ਬੰਦ ਹੋ ਗਈ, ਦਵਾਈਆਂ ਆਣੀਆਂ ਬੰਦ ਹੋ ਗਈਆਂ, ਰਾ ਮਟੀਰੀਅਲ ਆਣਾ ਬੰਦ ਹੋ ਗਿਆ। ਐਕਸਪੋਰਟਰਸ ਨੇ ਮਾਲ ਤਿਆਰ ਕਰਕੇ ਰੱਖੇ ਹੋਏ ਨੇ ਜਿਹੜੇ ਕਿ ਇਹ ਸੀ ਪੋਰਟਾਂ ਤੱਕ ਨਹੀਂ ਪਹੁੰਚੇ ਔਰ ਉਹਨਾਂ ਦਾ ਅਰਬਾਂ ਰੁਪਇਆਂ ਦਾ ਨੁਕਸਾਨ ਹੋ ਗਿਆ। ਉਹਦੇ ਕਰਕੇ ਅਪੀਲ ਕੀਤੀ ਗਈ ਕਿਸਾਨਾਂ ਨੂੰ ਕਿ ਤੁਸੀਂ ਮਾਲ ਗੱਡੀਆਂ ਚੱਲਣ ਦਿਓ। ਮਾਲ ਗੱਡੀਆਂ ਉਹਨਾਂ ਨੇ ਚਲਾਤੀਆਂ, ਪਰ ਹੁਣ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਖਦਸ਼ਾ ਇਹ ਹੈ ਕਿ ਜੇ ਮਾਲ ਗੱਡੀਆਂ ਚਲਾਈਆਂ, ਡਰਾਈਵਰ ਨੇ, ਉਹਨਾਂ ਦੇ ਗਾਰਡ ਨੇ, ਹੋਰ ਸਟਾਫ ਹੈ, ਸਟੇਸ਼ਨਾਂ ਤੇ ਸਟਾਫ ਫਿਰ ਵੀ ਰੁਕੇਗਾ, ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਸੋ ਪਿਊਸ਼ ਗੋਇਲ ਜੀ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਇਸ ਗੱਲ ਦੀ ਗਰੰਟੀ ਲਵੇ, ਸੁਰੱਖਿਆ ਦੀ ਗਰੰਟੀ ਲਵੇ ਕਿ ਰੇਲਵੇ ਦੇ ਸਟਾਫ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਤੇ ਅਸੀਂ ਗੱਡੀਆਂ ਚਲਾਉਣ ਨੂੰ ਤਿਆਰ ਹਾਂ। ਸੋ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਇਹਨਾਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਔਰ ਜਿਨ੍ਹਾਂ ਲੋਕਾਂ ਨੇ ਕੰਮ ਕਰਨਾ ਹੈ, ਗੱਡੀਆਂ ਚਲਾਉਣੀਆਂ, ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਪਰ ਗੱਡੀਆਂ ਜ਼ਰੂਰ ਚੱਲਣੀਆਂ ਚਾਹੀਦੀਆਂ। ਜੇ ਮਾਲ ਗੱਡੀਆਂ ਨਹੀਂ ਚੱਲੀਆਂ, ਪੰਜਾਬ ਦੀ ਕਿਸਾਨੀ ਵੀ ਤਬਾਹ ਹੋ ਰਹੀ ਹੈ, ਪੰਜਾਬ ਦੀ ਇੰਡਸਟਰੀ ਵੀ ਤਬਾਹ ਹੋ ਜਾਏਗੀ, ਪੰਜਾਬ ਦਾ ਵਪਾਰੀ ਵੀ ਤਬਾਹ ਹੋ ਜਾਏਗਾ। ਜੀ ਬਿਲਕੁਲ, ਅਗਲੀ ਗੱਲ ਕਰਾਂਗੇ ਕਰੋਨਾ ਮਹਾਮਾਰੀ ਦੀ। ਸੁਖਾਵੀਆਂ ਖਬਰਾਂ ਆ ਰਹੀਆਂ ਨੇ ਕਰੋਨਾ ਨੂੰ ਲੈ ਕੇ। ਸਿਹਤਯਾਬ ਹੋਣ ਵਾਲਿਆਂ ਦੀ ਦਰ ਜਿਹੜੀ ਹੈ 90% ਤੋਂ ਜ਼ਿਆਦਾ ਹੋ ਗਈ ਹੈ ਔਰ ਜਿਹੜੇ ਨਵੇਂ ਮਾਮਲੇ ਨੇ ਲਗਾਤਾਰ ਘਟਦੇ ਜਾ ਰਹੇ ਨੇ। ਇੱਥੇ ਤੱਕ ਕਿ ਭਾਰਤ ਜਿਹੜਾ ਖਿਸਕ ਕੇ ਪੂਰੀ ਦੁਨੀਆ ਦੇ ਵਿੱਚ ਤੀਜੇ ਨੰਬਰ ਤੇ ਆ ਗਿਆ, ਅਮਰੀਕਾ ਤੇ ਫਰਾਂਸ ਤੋਂ ਬਾਅਦ। ਕਿਵੇਂ ਵੇਖਦੇ ਹੋ ਇਹਨਾਂ ਆંકੜਿਆਂ ਨੂੰ? ਇੱਕ ਅੱਛੀ ਖਬਰ ਹੈ। ਵੱਡੀ ਗੱਲ ਸਭ ਤੋਂ ਪਹਿਲਾਂ ਇਹ ਕਿ ਮੌਤ ਦਰ ਬਹੁਤ ਘਟੀ ਹੈ ਜੀ, ਰਿਕਵਰੀ ਦੀ ਦਰ ਬਹੁਤ ਵਧੀ ਹੈ ਔਰ ਨਾਲ ਹੀ ਨਾਲ ਲੋਕ ਅਵੇਅਰ ਵੀ ਹੋਏ ਨੇ। ਅਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਬਗੈਰ ਮਾਸਕ ਤੋਂ ਵੀ ਘੁੰਮੀ ਜਾਂਦੇ ਨੇ। ਪਰ ਇੱਥੇ ਇਹ ਕਹਿਣਾ ਬਣਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿੱਦਾਂ ਸ਼ੁਰੂ ਤੋਂ ਹੀ ਲੋਕਡਾਊਨ ਲਾ ਕੇ ਲੋਕਾਂ ਦੇ ਨਾਲ ਰੋਜ਼ ਗੱਲਬਾਤ ਕਰਕੇ ਲੋਕਾਂ ਨੂੰ ਦੱਸਿਆ ਕਿ ਆਪਣੇ ਆਪ ਨੂੰ ਬਚਾ ਕੇ ਰੱਖੋ ਔਰ ਜਿਹੜੇ ਅਸੀਂ ਇਸ ਵੇਲੇ ਉਹਨਾਂ ਤੋਂ ਬਚਣ ਤੋਂ ਪ੍ਰੀਕਾਸ਼ਨਸ ਲੈ ਰਹੇ ਹਾਂ, ਮਾਸਕ ਪਾਣਾ ਹੁਣ ਬਹੁਤ ਸਾਰੇ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ। ਜੇ ਕਿਤੇ ਇਹ ਵੀ ਦੇਖਦੇ ਹਾਂ ਕਿ ਮਾਸਕ ਥੱਲੇ ਟੰਗਿਆ ਹੁੰਦਾ ਪਰ ਜੇ ਕੋਈ ਹੋਰ ਦੂਜਾ ਬੰਦਾ ਨੇੜੇ ਆ ਜਾਂਦਾ ਤੇ ਉੱਤੇ ਕਰ ਲੈਂਦੇ ਨੇ। ਇਹ ਸਾਰੀਆਂ ਚੀਜ਼ਾਂ, ਫਾਸਲਾ ਵੀ ਹੁਣ ਰੱਖਣਾ ਸ਼ੁਰੂ ਕਰਤਾ ਹੈ, ਹੱਥ ਮਿਲਾਉਣਾ ਤਾਂ ਭੁੱਲ ਹੀ ਗਏ ਨੇ ਨਾ ਲੋਕ। ਇਹ ਸਾਰੀਆਂ ਚੀਜ਼ਾਂ ਮੈਂ ਸਮਝਦਾ ਕਿ ਜਿਸ ਤਰ੍ਹਾਂ ਨਾਲ ਸ਼ੁਰੂ ਤੋਂ ਨਰਿੰਦਰ ਮੋਦੀ ਜੀ ਨੇ ਲੋਕਾਂ ਨੂੰ ਦਸੀਆਂ, ਸਾਰੀ ਸਰਕਾਰ ਨੇ ਦਸੀਆਂ, ਸੂਬਾ ਸਰਕਾਰਾਂ ਨੇ ਫੋਲੋ ਕੀਤਾ ਔਰ ਲੋਕਾਂ ਤੱਕ ਪਹੁੰਚਾਇਆ ਔਰ ਦੇਸ਼ ਦੀ ਜਨਤਾ ਨੂੰ ਵੀ ਇਸ ਗੱਲ ਦਾ ਕ੍ਰੈਡਿਟ ਹੈ ਕਿ ਉਹਨਾਂ ਨੇ ਮੰਨਿਆ। ਇਸੇ ਕਰਕੇ ਹੁਣ ਇਹ ਅਸੀਂ ਮੌਤ ਦਰ ਘਟਾ ਲਈ ਹੈ, ਅਸੀਂ ਰਿਕਵਰੀ ਦਰ ਵਧਾ ਲਈ ਹੈ ਔਰ ਅਸੀਂ ਬਹੁਤ ਅੱਗੇ ਵੱਧ ਗਏ ਹਾਂ। ਪਰ ਨਾਲ ਹੀ ਨਾਲ ਇਹ ਮੈਂ ਫਿਰ ਕਹਿਣਾ ਚਾਹੁੰਦਾ ਕਿ ਅਜੇ ਵੀ ਪ੍ਰੀਕਾਸ਼ਨਸ ਦੀ ਲੋੜ ਹੈ। ਦੂਜਾ ਇਹ ਵੀ ਹੈ ਕਿ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਹੁਣ ਜਿਹੜੇ ਟ੍ਰੇਡ ਅਜੇ ਬੰਦ ਕੀਤੇ ਨੇ, ਜਿਹੜੀਆਂ ਚੀਜ਼ਾਂ ਅਜੇ ਨਹੀਂ ਖੋਲੀਆਂ, ਰੇਲ ਗੱਡੀਆਂ ਅਜੇ ਪੂਰੀ ਤਰ੍ਹਾਂ ਨਹੀਂ ਖੋਲੀਆਂ, ਹੁਣ ਉਹ ਵੀ ਖੋਲ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਰੇਲ ਗੱਡੀ ਜਿਹੜੀ ਹੈ ਉਹ ਇੱਕ ਸਸਤਾ ਸਾਧਨ ਹੈ ਲੋਕਾਂ ਦੇ ਟਰੈਵਲ ਕਰਨ ਦਾ। ਬੱਸਾਂ ਨਾਲੋਂ ਅੱਧੇ ਤੋਂ ਵੀ ਘੱਟ ਪੈਸੇ ਲੱਗਦੇ ਨੇ। ਹੁਣ ਰੇਲ ਗੱਡੀਆਂ ਵੀ ਖੋਲ ਦੇਣੀਆਂ ਚਾਹੀਦੀਆਂ ਨੇ। ਹੁਣ ਸਕੂਲ ਵੀ ਹੌਲੀ ਹੌਲੀ 9ਵੀਂ ਤੱਕ ਤੇ ਖੋਲਦੇ ਨੇ। ਹੁਣ ਮੇਰੇ ਖਿਆਲ ਜੇ 5ਵੀਂ ਤੋਂ ਵੀ ਅੱਗੇ ਖੋਲਦੇ ਤੇ ਕੋਈ ਪੜ੍ਹਾਈ ਅਸਲ ਵਿੱਚ ਸਕੂਲਾਂ 'ਚ ਹੀ ਜਾ ਕੇ ਹੁੰਦੀ ਹੈ। ਜਿਹੜੀ ਆਨਲਾਈਨ ਪੜ੍ਹਾਈ ਹੈ ਉਹ ਠੀਕ ਨਹੀਂ ਹੁੰਦੀ ਔਰ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਨੂੰ ਬਹੁਤ ਮੁਸ਼ਕਿਲ ਹੈ। ਗਰੀਬ ਲੋਕ ਨੇ, ਉਹ ਵਿਚਾਰੇ ਆਨਲਾਈਨ ਪੜ੍ਹਾਈ ਨਹੀਂ ਕਰ ਸਕਦੇ। ਹੁਣ ਹੋਰ ਚੀਜ਼ਾਂ ਵੀ ਇਹ ਦੇਖਦੇ ਹੋਏ ਕਿ ਹੁਣ ਰਿਕਵਰੀ ਰੇਟ ਵੱਧ ਰਿਹਾ, ਲੋਕ ਅਵੇਅਰ ਹੋ ਗਏ ਨੇ ਔਰ ਇਹ ਸਾਰੀਆਂ ਚੀਜ਼ਾਂ ਦੇਖਦੇ ਹੋ ਹੁਣ ਜਿਹੜੀਆਂ ਬਾਕੀ ਚੀਜ਼ਾਂ ਬੰਦ ਨੇ ਉਹ ਵੀ ਖੋਲ ਦੇਣੀਆਂ ਚਾਹੀਦੀਆਂ। ਵਿੰਦਰ ਜੀ, ਤਿਉਹਾਰ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਔਰ ਕਰੋਨਾ ਦੇ ਮੱਦੇਨਜ਼ਰ ਕਿੰਨਾ ਸਾਵਧਾਨੀਆਂ ਦੀ ਜ਼ਰੂਰਤ ਹੈਗੀ ਹੈ ਲੋਕਾਂ ਨੂੰ? ਦੇਖੋ ਗੱਲ ਇਹ ਹੈ ਕਿ ਇੱਕ ਚੀਜ਼ ਨਾ ਬਾਰ-ਬਾਰ ਕਹੀ ਜਾਂਦੀ ਹੈ ਕਿ ਸੈਕਿੰਡ ਦੌਰ ਸ਼ੁਰੂ ਹੋਣਾ ਹੈ ਕਰੋਨਾ ਦਾ ਔਰ ਉਹਦੇ ਲਈ ਇਹੀ ਇੱਕ ਖਦਸ਼ਾ ਹੈ ਕਿ ਸ਼ਾਇਦ ਉਹ ਤਿਉਹਾਰਾਂ ਤੋਂ ਬਾਅਦ ਦੂਜਾ ਸ਼ੁਰੂ ਹੋ ਜਾਣਾ ਕਿਉਂਕਿ ਤਿਉਹਾਰਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਭੀੜ ਭਾੜ ਹੁੰਦੀ ਹੈ। ਪਰ ਇੱਕ ਗੱਲ ਹੈ ਕਿ ਸਭ ਤੋਂ ਵੱਡਾ ਤਿਉਹਾਰ ਜਿਸ 'ਚ ਜ਼ਿਆਦਾ ਭੀੜ ਹੁੰਦੀ ਹੈ ਦੁਸਹਿਰਾ ਤੇ ਦੁਰਗਾ ਪੂਜਾ, ਇਹ ਨਿਕਲੇ ਨੇ ਤੇ ਅਸੀਂ ਦੇਖਿਆ ਕਿ ਲੋਕਾਂ ਨੇ ਬਹੁਤੀ ਭੀੜ ਨਹੀਂ ਕੀਤੀ। ਲੋਕਾਂ ਨੂੰ ਆਪਣੀ ਜਾਨ ਦੀ ਹੁਣ ਰਾਖੀ ਜਿਹੜੀ ਹੈ ਉਹ ਕਰਨ ਦੀ ਜਾਚ ਵੀ ਆ ਗਈ ਹੈ ਔਰ ਚਿੰਤਾ ਵੀ ਹੈ। ਤੇ ਇਸੇ ਤਰ੍ਹਾਂ ਨਾਲ ਜੇ ਬਾਕੀ ਤਿਉਹਾਰ, ਹੁਣ ਦੀਵਾਲੀ ਆ ਰਹੀ ਹੈ, ਗੁਰਪੁਰਬ ਆ ਰਹੇ ਨੇ, ਹੁਣ ਟਿੱਕਾ ਆ ਰਿਹਾ, ਬਹੁਤ ਸਾਰੇ ਤਿਉਹਾਰ ਅੱਗੋਂ ਆ ਰਹੇ ਨੇ, ਲੋਹੜੀ ਵੀ ਆ ਜਾਣੀ ਹੈ ਬਹੁਤ ਜਲਦੀ। ਜੇ ਅਸੀਂ ਇਸੇ ਤਰ੍ਹਾਂ ਨਾਲ ਪ੍ਰੀਕਾਸ਼ਨਸ ਲਵਾਂਗੇ, ਮਈਅਰ ਉਹੀ ਨੇ, ਮਾਸਕ ਪਾ ਕੇ ਰੱਖੋ, ਬਾਰ-ਬਾਰ ਹੱਥ ਧੋਵੋ, ਫਾਸਲਾ ਬਣਾ ਕੇ ਰੱਖੋ, ਭੀੜ ਦੇ ਵਿੱਚ ਨਾ ਜਾਓ,
ਬਿਨਾਂ ਵਜ੍ਹਾ ਭੀੜ ਨਾ ਕਰੋ। ਜਦ ਤੱਕ ਘਰੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਨਾ ਹੋਵੇ ਉਦੋਂ ਤੱਕ ਘਰੋਂ ਨਾ ਨਿਕਲੋ। ਜੇ ਇਹ ਸਾਰੀਆਂ ਪ੍ਰੀਕਾਸ਼ਨਸ ਅਸੀਂ ਲੈਂਦੇ ਰਵਾਂਗੇ, ਕਰੋਨਾ ਰਹੇਗਾ ਜ਼ਰੂਰ, ਕਿਉਂਕਿ ਜਦ ਤੱਕ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਇਹਦਾ ਡਰ ਹੈ। ਪਰ ਜੇ ਅਸੀਂ ਇਹ ਸਾਰੀਆਂ ਪ੍ਰੀਕਾਸ਼ਨਸ ਲਵਾਂਗੇ ਤੇ ਅਸੀਂ ਜ਼ਰੂਰ ਇਸ ਕਰੋਨਾ ਦੇ ਰਹਿੰਦੇ ਵੀ ਆਪਣੇ ਆਪ ਨੂੰ ਬਚਾ ਕੇ ਅੱਗੇ ਚੱਲ ਸਕਾਂਗੇ ਜੀ ਵਰਿੰਦਰ ਔਰ ਜੀ, ਤਿਉਹਾਰਾਂ ਦਾ ਆਨੰਦ ਵੀ ਲੈ ਸਕਾਂਗੇ। ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੈਕਸੀਨ ਦੀ, ਆਕਸਫੋਰਡ ਦੀ ਜਿਹੜੀ ਕਰੋਨਾ ਵੈਕਸੀਨ ਹੈ ਉਹਦੇ ਉੱਪਰ ਪੂਰੀ ਦੁਨੀਆ ਦੀ ਨਜ਼ਰ ਹੈ, ਆਖਰੀ ਪੜਾਅ ਦੇ ਵਿੱਚ ਹੈਗੀ ਹੈ। ਔਰ ਹੁਣ ਜਿਹੜਾ ਪ੍ਰੀਖਣ ਹੋਇਆ ਉਹਦੇ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਵੈਕਸੀਨ ਹੈਗੀ ਹੈ ਇਹ ਬਜ਼ੁਰਗਾਂ ਦੇ ਲਈ ਵੀ ਓਨੀ ਹੀ ਕਾਰਗਰ ਹੈ ਜਿੰਨੀ ਕਿ ਨੌਜਵਾਨਾਂ ਦੇ ਲਈ। ਕਿਵੇਂ ਵੇਖਦੇ ਹੋ ਇਸ ਖਬਰ ਨੂੰ? ਵੰਦਨਾ ਜੀ, ਬਹੁਤ ਸਾਰੇ ਲੋਕ ਨਾ ਜਦੋਂ ਵੈਕਸੀਨ ਦੀ ਤਿਆਰੀ ਸ਼ੁਰੂ ਹੋਈ ਸੀ, ਟੈਸਟ ਸ਼ੁਰੂ ਹੋਏ ਸੀ, ਜਦੋਂ ਕਿਹਾ ਜਾਂਦਾ ਸੀ ਕਿ 6 ਮਹੀਨੇ ਲੱਗਣਗੇ ਤੇ ਕਈ ਲੋਕ ਕਹਿੰਦੇ ਸੀ 6 ਮਹੀਨੇ ਲੱਗਣਗੇ, ਇੰਨੀ ਲੰਬੀ ਗੱਲ ਇਹ ਹੈ ਕਿ ਇਹ ਸਾਰੀ ਪ੍ਰਕਿਰਿਆ ਚੋਂ ਗੁਜ਼ਰਨਾ ਪੈਂਦਾ ਹੈ। ਜਦੋਂ ਕਿ ਕੋਈ ਵੀ ਵੈਕਸੀਨ ਜਾਂ ਕੋਈ ਵੀ ਨਵੀਂ ਦਵਾਈ ਬਣਦੀ ਹੈ ਉਹਦੇ ਟੈਸਟ ਵੱਖ-ਵੱਖ ਪੜਾਅ ਤੇ ਕੀਤੇ ਜਾਂਦੇ ਨੇ ਔਰ ਉਹਦੇ 'ਚ ਹੀ ਪਤਾ ਲੱਗਦਾ ਹੈ ਕਿ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਇਆ, ਇਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ। ਤੇ ਉਹ ਫਿਰ ਕਈ ਵਾਰੀ ਇਹ ਹੁੰਦਾ ਹੈ ਕਿ ਇਦਾਂ ਲੱਗਦਾ ਹੈ ਕਿ ਨੌਜਵਾਨਾਂ ਨੂੰ ਤਾਂ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੋਇਆ, ਬੱਚਿਆਂ ਨੂੰ ਹੋ ਗਿਆ, ਬਜ਼ੁਰਗਾਂ ਨੂੰ ਹੋ ਗਿਆ। ਤੇ ਉਹ ਇਸ ਕਰਕੇ ਕਈ ਵਾਰੀ ਬਜ਼ੁਰਗ ਜਿਹੜੇ ਨੇ ਵਲੰਟੀਅਰ ਨਹੀਂ ਮਿਲਦੇ ਜਿਹੜੇ ਆਪਣੇ ਆਪ ਤੇ ਟੈਸਟ ਕਰਾਉਣ ਲਈ ਤਿਆਰ ਹੋਣ, ਡਰਦੇ ਨੇ। ਪਰ ਹੁਣ ਇਹ ਗੱਲ ਸਾਹਮਣੇ ਆ ਗਈ ਹੈ ਕਿ ਇਹ ਜਿਹੜੀ ਵੈਕਸੀਨ ਦੀ ਜਿੰਨੇ ਵੀ ਟੈਸਟ ਕੀਤੇ ਗਏ ਨੇ ਉਹ ਹਰ ਉਮਰ ਦੇ ਲੋਕਾਂ ਤੇ, ਲੇਡੀਜ਼ ਤੇ ਵੀ, ਜੈਂਟਸ ਤੇ ਵੀ ਕਰ ਲਏ ਗਏ ਨੇ ਔਰ ਹੁਣ ਆਖਰੀ ਪੜਾਅ ਦੇ ਵਿੱਚ ਹੈ ਆਕਸਫੋਰਡ ਦੀ ਵੈਕਸੀਨ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਇੱਕ ਅੱਛੀ ਗੱਲ ਦੇ ਨਾਲ ਕਿ ਬਜ਼ੁਰਗਾਂ ਨੂੰ ਵੀ ਇਹਦਾ ਫਾਇਦਾ ਮਿਲੇਗਾ, ਬਜ਼ੁਰਗਾਂ ਨੂੰ ਵੀ ਇਹਦੇ ਸਾਈਡ ਇਫੈਕਟ ਨਹੀਂ ਹੋ ਰਹੇ ਔਰ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਚੰਗੀ ਵੈਕਸੀਨ ਜਿਹਦੇ ਕੋਈ ਸਾਈਡ ਇਫੈਕਟ ਨਾ ਹੋਣ ਉਹ ਆ ਜਾਵੇ ਤੇ ਅਸੀਂ ਕਰੋਨਾ ਤੇ ਅਸਲੀ ਜਿੱਤ ਪ੍ਰਾਪਤ ਕਰ ਸਕੀਏ। ਜੀ ਬਿਲਕੁਲ, ਹੁਣ ਗੱਲ ਕਰਾਂਗੇ ਪੰਜਾਬ ਦੇ ਵਿੱਚ ਪੈਨਸ਼ਨ ਘੁਟਾਲੇ ਦੀ। 162 ਕਰੋੜ ਰੁਪਏ ਦੇ ਘੁਟਾਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ 250 ਲੋਕ ਜਿਹੜੇ ਨੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਮੰਨਿਆ ਹੈ ਕਿ ਅਸੀਂ ਆਪਣੀ ਉਮਰ ਦੀ ਗਲਤ ਜਾਣਕਾਰੀ ਦਿੱਤੀ, ਆਪਣੇ ਪੇਸ਼ੇ ਦੀ, ਆਪਣੀ ਆਮਦਨੀ ਦੀ ਗਲਤ ਜਾਣਕਾਰੀ ਦਿੱਤੀ ਔਰ ਇਹਦੇ ਨਾਲ ਅਸੀਂ ਜਿਹੜੀ ਇਹ ਪੈਨਸ਼ਨ ਗਲਤ ਤਰੀਕੇ ਨਾਲ ਹਾਸਲ ਕੀਤੀ। 90 ਲੱਖ ਰੁਪਏ ਵਾਪਸ ਕੀਤੇ ਗਏ ਨੇ, 250 ਲੋਕਾਂ ਨੇ ਵਾਪਸ ਕੀਤੇ ਨੇ। ਕਿਵੇਂ ਵੇਖਦੇ ਹੋ ਇਸ ਮਾਮਲੇ? ਗੱਲ ਇਹ ਹੈ ਕਿ ਇਹ ਐਵੇਂ ਨਹੀਂ ਕੋਈ ਕਹਿੰਦਾ ਪਿਆ ਕਿ ਅਸੀਂ ਗਲਤ ਆંકੜੇ ਦਿੱਤੇ ਤੇ ਪੈਸੇ ਵਾਪਸ ਕੀਤੇ। ਸਰਕਾਰ ਨੇ ਸਖਤੀ ਕੀਤੀ ਹੈ, ਸਰਕਾਰ ਨੇ ਜਾਂਚ ਕਰਾਈ ਹੈ ਕਿ ਕਿਹੜੇ ਲੋਕ ਨੇ ਜਿਹੜੇ ਡਿਜ਼ਰਵ ਨਹੀਂ ਕਰਦੇ ਜਾਂ ਜਿਨ੍ਹਾਂ ਦਾ ਹੱਕ ਨਹੀਂ ਬਣਦਾ ਤੇ ਉਹ ਗਲਤ ਤਰੀਕੇ ਦੇ ਨਾਲ ਕਾਗਜ਼ ਦੇ ਕੇ, ਗਲਤ ਇਨਫੋਰਮੇਸ਼ਨ ਦੇ ਕੇ ਤੇ 올ਡ ਏਜ ਪੈਨਸ਼ਨ ਲੈਂਦੇ ਰਹੇ ਨੇ। ਬਹੁਤ ਸਾਰੀਆਂ ਵਿਡੋਜ਼ ਵੀ ਐਸੀਆਂ ਜਿਹੜੀਆਂ ਕਿ ਗਲਤ ਢੰਗ ਨਾਲ ਪੈਨਸ਼ਨ ਲੈਂਦੀਆਂ ਰਹੀਆਂ ਨੇ ਔਰ ਇਹ ਸਰਕਾਰ ਨੇ ਜਦੋਂ ਜਾਂਚ ਕੀਤੀ, ਜਿਹੜੇ ਲੋਕ ਸਾਹਮਣੇ ਆਏ ਉਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਪੈਸੇ ਵਾਪਸ ਕਰ ਦਿਓ ਜਿੰਨੇ ਲਏ ਨੇ ਔਰ ਉਹ ਬਚਣ ਵਾਸਤੇ ਇਸ ਗੱਲ ਤੋਂ ਕਿ ਮੈਨੂੰ ਅੰਦਰ ਨਾ ਜਾਣਾ ਪਵੇ, ਮੇਰੇ ਤੇ ਮੁਕੱਦਮਾ ਨਾ ਬਣੇ, ਉਹਨਾਂ ਨੇ ਪੈਸੇ ਵਾਪਸ ਕੀਤੇ ਨੇ। ਪਰ ਅਜੇ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਪੈਸੇ ਨਹੀਂ ਵਾਪਸ ਕੀਤੇ ਔਰ ਇੱਥੇ ਜਿਹੜੀ ਗੱਲ ਜ਼ਰੂਰੀ ਕਰਨ ਵਾਲੀ ਹੈ ਉਹ ਇਹ ਹੈ ਕਿ ਇਹ ਜਦੋਂ ਪੈਨਸ਼ਨਾਂ ਲਾਈਆਂ ਜਾਂਦੀਆਂ, ਜਦੋਂ ਇਹਨਾਂ ਦੇ ਉੱਤੇ ਪੋਲੀਟੀਕਲ ਇੰਟਰਫੇਰੈਂਸ ਹੁੰਦੀ ਹੈ, ਜਿਹੜੀ ਪਾਰਟੀ ਸੱਤਾ 'ਚ ਹੁੰਦੀ ਹੈ ਉਹਦੇ ਕੌਂਸਲਰ, ਉਹਦੇ ਪੰਚ ਸਰਪੰਚ, ਉਹਦੇ MLA ਜਦੋਂ ਆਪਣੇ ਦਫ਼ਤਰਾਂ 'ਚ ਬਿਠਾ ਕੇ ਆਪਣੇ ਬੰਦਿਆਂ ਦੀਆਂ ਪੈਨਸ਼ਨਾਂ ਲਵਾ ਦਿੰਦੇ ਨੇ ਜਿਹੜੇ ਡਿਜ਼ਰਵ ਨਹੀਂ ਕਰਦੇ ਹੁੰਦੇ ਤੇ ਉਹ ਜਾ ਕੇ ਬਾਅਦ ਦੇ ਵਿੱਚ ਦੂਜੀ ਸਰਕਾਰ ਆ ਕੇ ਘੋਖ ਕਰਦੀ ਹੈ ਤੇ ਉਹ ਜਦੋਂ ਘੁਟਾਲੇ ਸਾਹਮਣੇ ਆਉਂਦੇ ਨੇ ਤੇ ਫਿਰ ਉਹ ਕੈਂਸਲ ਕੀਤੀਆਂ ਜਾਂਦੀਆਂ ਨੇ। ਮੈਂ ਜ਼ਰੂਰ ਸਮਝਦਾ ਕਿ ਇਹ ਤਾਂ ਇਨਕੁਆਇਰੀ ਕਰ ਲਈ ਕਿ ਜਿਹੜਾ ਗਲਤ ਪੈਨਸ਼ਨ ਲੈ ਲਿਆ ਸੀ ਉਹ ਕੋ ਵਾਪਸ ਪੈਸੇ ਲੈ ਲੈ, ਪਰ ਇਹ ਵੀ ਇਨਕੁਆਇਰੀ ਕਰੋ ਨਾ ਕਿਹੜੇ ਪਟਵਾਰੀ ਨੇ, ਕਿਹੜੇ ਤਹਿਸੀਲਦਾਰ ਨੇ ਉਸ ਵੇਲੇ ਉਹਨੂੰ ਅਟੈਸਟ ਕੀਤਾ ਕਿ ਇਹਦੇ ਕਾਗਜ਼ ਠੀਕ ਨੇ। ਜਦ ਤੱਕ ਤੁਸੀਂ ਉਹਨਾਂ ਤੇ ਕਾਰਵਾਈ ਨਹੀਂ ਕਰੋਗੇ ਇਹ ਅੱਗੋਂ ਨਹੀਂ ਹਟਣਾ, ਅੱਗੋਂ ਫਿਰ ਇਹ ਘੁਟਾਲੇ ਇਸ ਤਰ੍ਹਾਂ ਹੁੰਦੇ ਰਹਿਣਗੇ। ਜਿਹੜੇ ਅਫਸਰ, ਜਿਹੜੇ ਮੁਲਾਜ਼ਮ ਜ਼ਿੰਮੇਦਾਰ ਨੇ ਉਹਨਾਂ ਨੂੰ ਜਦ ਤੱਕ ਸਜ਼ਾ ਨਹੀਂ ਦਿਓਗੇ ਇਹ ਘੁਟਾਲੇ ਹੁੰਦੇ ਰਹਿਣਗੇ। ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦਾ ਸਮਾਂ ਇੱਥੇ ਹੀ ਸਮਾਪਤ ਹੋ ਰਿਹਾ। ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਨੇ, ਸਾਰੀ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਵਰਿੰਦਰ ਸ਼ਰਮਾ ਜੀ ਨੂੰ ਦਿਓ ਇਜਾਜ਼ਤ। ਧੰਨਵਾਦ।